ਗੁੱਡ ਮਾਰਨਿੰਗ ਆਲ ਡੀਅਰ ਸਟੂਡੈਂਟਸ। ਜਿਵੇਂ ਕਿ ਅਸੀਂ ਪਾਠ ਨੰਬਰ 12 ਪੇਂਡੂ ਜੀਵਨ ਅਤੇ ਸਮਾਜ ਬਾਰੇ ਪੜ੍ਹ ਰਹੇ ਹਾਂ। ਕੱਲ੍ਹ ਅਸੀਂ ਕ੍ਰਿਸ਼ੀ ਦਾ ਵਣਜੀਕਰਨ ਬਾਰੇ ਪੜ੍ਹਿਆ ਸੀ ਕਿ ਕਮਰਸ਼ੀਅਲਾਈਜੇਸ਼ਨ ਹੋ ਗਿਆ ਸੀ। ਅਸੀਂ ਪੜ੍ਹਿਆ ਸੀ ਕਿ ਅੰਗਰੇਜ਼ਾਂ ਦੀ ਜੋ ਖੇਤੀਬਾੜੀ ਸੰਬੰਧੀ ਨੀਤੀਆਂ ਸੀ ਉਹ ਕੀ ਸੀ। ਵੱਧ ਤੋਂ ਵੱਧ ਭਾਰਤ ਦਾ ਆਰਥਿਕ ਸ਼ੋਸ਼ਣ ਕਰਨਾ, ਕਿ ਭਾਰਤ ਦੀ ਭੂਮੀ ਤੋਂ ਵੱਧ ਪੈਦਾਵਾਰ ਕਰਾ ਕੇ ਵੱਧ ਤੋਂ ਵੱਧ ਕੱਚਾ ਮਾਲ ਇੰਗਲੈਂਡ ਲੈ ਕੇ ਜਾਣਾ ਅਤੇ ਭਾਰਤੀਆਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰਨਾ। ਉਹਨਾਂ ਨੇ ਸ਼ੋਸ਼ਣ ਕਰਨ ਦੇ ਲਈ ਵੱਖਰੀਆਂ ਨੀਤੀਆਂ ਅਪਣਾਈਆਂ ਸਨ। ਜਿਵੇਂ ਸਭ ਤੋਂ ਪਹਿਲਾਂ ਲਾਰਡ ਵਾਰਨ ਹੈਸਟਿੰਗ ਨੇ ਚਲਾਈ ਸੀਗੀ ਠੇਕੇ 'ਤੇ ਭੂਮੀ ਦੇਣ ਦੀ ਪ੍ਰਣਾਲੀ, ਜਾਂ ਜਿਸ ਨੂੰ ਕਿਹਾ ਜਾਂਦਾ ਇਜਾਰੇਦਾਰੀ। ਪਹਿਲਾਂ ਉਸਨੇ 5 ਸਾਲਾਂ ਵਾਸਤੇ ਕਰ ਦਿੱਤਾ ਸੀ ਅਤੇ ਬਾਅਦ ਦੇ ਵਿੱਚ ਉਸਨੇ 1 ਸਾਲ ਵਾਸਤੇ ਕਰ ਦਿੱਤਾ ਸੀ। ਅਤੇ ਜਿਹੜਾ ਜ਼ਿਮੀਂਦਾਰ ਵੱਧ ਠੇਕਾ ਦੇ ਦਿੰਦਾ ਸੀ, ਠੇਕੇਦਾਰ ਉਸਨੂੰ ਦੇ ਦਿੰਦੇ ਸਨ ਅਤੇ ਕਿਸਾਨਾਂ 'ਤੇ ਅਤਿਆਚਾਰ ਹੁੰਦਾ ਸੀ। ਫਿਰ ਉਸ ਤੋਂ ਬਾਅਦ 1793 ਦੇ ਵਿੱਚ ਬੰਗਾਲ ਅਤੇ ਬਿਹਾਰ ਉੜੀਸਾ ਦੇ ਰਾਜਾਂ ਦੇ ਵਿੱਚ ਲਾਰਡ ਵਾਰਨ ਹੈਸਟਿੰਗ ਨੇ ਚਲਾਈ ਸੀ ਪਰਮਾਨੈਂਟ ਸੈਟਲਮੈਂਟ, ਸਥਾਈ ਬੰਦੋਬਸਤ। ਬੰਗਾਲ, ਬਿਹਾਰ, ਉੜੀਸਾ ਉੱਤਰੀ ਭਾਰਤ ਦੇ ਖੇਤਰਾਂ ਵਿੱਚ ਚਲਾਇਆ ਸੀ। ਅਤੇ ਇਸ ਦੇ ਵੀ ਕੀ ਨੁਕਸਾਨ ਹੋਏ। ਸਰਕਾਰ ਨੇ ਸਿੱਧੇ ਸਥਾਈ ਬੰਦੋਬਸਤ ਕਰਕੇ ਜੋ ਜ਼ਿਮੀਂਦਾਰ ਸੀ ਉਹਨਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ ਅਤੇ ਉਹਨਾਂ ਤੋਂ ਨਿਸ਼ਚਿਤ ਮਾਤਰਾ ਵਿੱਚ ਲਗਾਨ ਲੈ ਲਿਆ ਜਾਂਦਾ ਅਤੇ ਜ਼ਿਮੀਂਦਾਰ ਅੱਗੇ ਕਿਸਾਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕਰਦੇ ਸਨ। ਅਤੇ ਸ਼ੋਸ਼ਣ ਕਰਨ ਕਰਕੇ ਕਿਸਾਨਾਂ ਦੇ ਬਹੁਤ ਅਤਿਆਚਾਰ ਹੋਏ। ਫਿਰ 1820 ਵਿੱਚ ਥਾਮਸ ਮੁਨਰੋ ਨੇ ਰਤਿਆਵਾੜੀ ਭਾਵ ਸਿੱਧਾ ਕਿਸਾਨਾਂ ਨਾਲ ਕੀਤਾ। ਇੱਥੇ ਵਿੱਚੋਂ ਵਿਚੋਲੇ ਜ਼ਿਮੀਂਦਾਰ ਕੱਢਤੇ ਅਤੇ ਸਿੱਧੇ ਕਿਸਾਨਾਂ ਨਾਲ ਸਰਕਾਰ ਨੇ ਲਗਾਨ ਦੀ ਮਾਤਰਾ ਨਿਸ਼ਚਿਤ ਕਰ ਲਈ। ਅਤੇ ਇਸ ਦੇ ਵਿੱਚ ਵੀ 20 ਤੋਂ 30 ਸਾਲਾਂ ਬਾਅਦ ਜੋ ਲਗਾਨ ਸੀ ਉਹਦੀ ਰਕਮ ਵਧਾ ਦਿੱਤੀ ਜਾਂਦੀ ਸੀ। ਫਿਰ ਕਿਸਾਨਾਂ 'ਤੇ ਅਤਿਆਚਾਰ ਹੋਇਆ। ਇਹ ਕੀਤਾ ਸੀਗਾ ਮਦਰਾਸ ਅਤੇ ਮੁੰਬਈ ਦੇ ਵਿੱਚ। ਫਿਰ ਮਹਿਲਵਾੜੀ ਪੂਰੇ ਭਾਈਚਾਰੇ ਨਾਲ, ਇਹ ਪੰਜਾਬ, ਉੱਤਰ ਪ੍ਰਦੇਸ਼, ਮੱਧ ਭਾਰਤ ਵਿੱਚ ਕੀਤਾ ਸੀ। ਇਹ ਵੀ ਇੱਥੋਂ ਵੀ ਜ਼ਿਮੀਂਦਾਰ ਕੱਢ ਦਿੱਤੇ ਗਏ, ਵਿਚਕਾਰੋਂ ਵਿਚੋਲੇ ਕੱਢ ਦਿੱਤੇ ਗਏ। ਸਿਰਫ ਸਿੱਧਾ ਜੋ ਹੁੰਦਾ ਸੀ ਭਾਈਚਾਰੇ ਨਾਲ ਕੀਤਾ ਗਿਆ ਕਿ ਸਮੁੱਚਾ ਭਾਈਚਾਰਾ ਨਿਸ਼ਚਿਤ ਸਮੇਂ ਦੇ ਅਨੁਸਾਰ ਲਗਾਨ ਜਮ੍ਹਾਂ ਕਰਾ ਦੇਵੇਗਾ ਅਤੇ ਆਪਸ ਦੇ ਵਿੱਚ ਵੰਡ ਕੇ ਜ਼ਮੀਨ 'ਤੇ ਖੇਤੀਬਾੜੀ ਕਰ ਲਵੇਗਾ। ਪਰ ਅੰਗਰੇਜ਼ਾਂ ਦੀ ਹਰੇਕ ਨੀਤੀ ਪਿੱਛੇ ਭਾਰਤ ਦਾ ਆਰਥਿਕ ਸ਼ੋਸ਼ਣ ਕਰਨਾ ਸੀ। ਤਾਂ ਫਿਰ ਇਸ ਤੋਂ ਬਾਅਦ ਕੀ ਹੋਇਆ, ਜਦੋਂ ਲਗਾਨ ਨਿਸ਼ਚਿਤ ਹੋ ਗਿਆ ਤਾਂ ਕਿਸਾਨਾਂ ਨੂੰ ਚਾਹੇ ਮੀਂਹ ਪੈਂਦਾ ਚਾਹੇ ਨਾ ਪੈਂਦਾ, ਚਾਹੇ ਫਸਲ ਹੁੰਦੀ ਨਾ ਹੁੰਦੀ, ਪਰ ਉਹਨਾਂ ਨੂੰ ਸਾਲ ਬਾਅਦ ਆਪਣਾ ਲਗਾਨ ਭਰਨਾ ਹੀ ਪੈਂਦਾ ਸੀ। ਤਾਂ ਇਸ ਲਗਾਨ ਨੂੰ ਭਰਨ ਦੇ ਲਈ ਕਿਸਾਨ ਜ਼ਿਆਦਾ ਤੋਂ ਜ਼ਿਆਦਾ ਫਸਲ ਦੀ ਪੈਦਾਵਾਰ ਕਰਨਾ ਚਾਹੁੰਦੇ ਸਨ, ਜਿਸ ਕਰਕੇ ਕ੍ਰਿਸ਼ੀ ਦਾ ਵਣਜੀਕਰਨ ਹੋ ਗਿਆ। ਭਾਵ ਜਿਹੜੇ ਪਿੰਡ ਪਹਿਲਾਂ ਆਤਮ ਨਿਰਭਰ ਸਨ, ਆਪਸੀ ਭਾਈਚਾਰੇ ਦੇ ਦੌਰਾਨ ਸਾਰੇ ਇੱਕ ਦੂਜੇ ਲੋੜਾਂ ਨੂੰ ਪੂਰੀਆਂ ਕਰਦੇ ਸਨ, ਉਹ ਹੁਣ ਵਪਾਰੀ ਬਣ ਗਏ। ਭਾਵ ਵਪਾਰ ਦੇ ਲਈ ਜਿਹੜੀ ਫਸਲ ਦਾ ਵੱਧ ਮੁੱਲ ਮਿਲਦਾ ਸੀ, ਕਣਕ, ਕਪਾਹ, ਤੇਲ ਦੇ ਬੀਜ, ਗੰਨਾ, ਪਟਸਨ, ਇਹ ਹੁਣ ਮੰਡੀਆਂ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ। ਭਾਵ ਹੁਣ ਫਸਲਾਂ ਦਾ ਮੰਡੀਕਰਨ ਸ਼ੁਰੂ ਹੋ ਗਿਆ ਸੀ। ਅਤੇ ਪ੍ਰਭਾਵ ਕੀ ਪਏ, ਕੁਝ ਪ੍ਰਭਾਵ ਚੰਗੇ ਵੀ ਪਏ ਸੀ, ਕੁਝ ਮਾੜੇ ਵੀ ਪਏ ਸਨ। ਪਰ ਜੇਕਰ ਅਸੀਂ ਇਹਨਾਂ ਸਾਰਿਆਂ ਦਾ ਨੀਤੀਆਂ ਦਾ ਆਖਰੀ ਪ੍ਰਭਾਵ ਦੇਖੀਏ ਤਾਂ ਆਖਰੀ ਪ੍ਰਭਾਵ ਕਿਸਾਨਾਂ ਦੇ ਹੱਕ ਵਿੱਚ ਨਹੀਂ ਸੀ। ਕਿਉਂਕਿ ਜਦੋਂ ਸਰਕਾਰ ਦੀ ਨੀਤੀ ਹੀ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕਰਨ ਦੀ ਸੀ ਤਾਂ ਫਿਰ ਕਿਸਾਨਾਂ ਨੂੰ ਲਾਭ ਕਿਵੇਂ ਹੋਣਾ ਸੀ। ਕਿਸਾਨ ਕਰਜ਼ਈ ਹੋ ਗਏ, ਸ਼ਾਹੂਕਾਰ ਉਹਨਾਂ ਨੂੰ ਤੰਗ ਕਰਨ ਲੱਗੇ ਅਤੇ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ। ਜਦੋਂ ਕਿਸੇ ਇਨਸਾਨ ਦੀ ਕਿਸੇ ਨਾਲ ਧੱਕਾ ਹੁੰਦਾ ਹੈ ਅਤੇ ਉਸ ਦੀ ਹਾਲਤ ਮਾੜੀ ਹੋ ਜਾਂਦੀ ਹੈ ਤਾਂ ਫਿਰ ਕੀ ਕਰਦਾ ਉਹ, ਤਾਂ ਅਖੀਰ ਨੂੰ ਉਹ ਹਥਿਆਰ ਹੀ ਉਸ ਨੂੰ ਚੁੱਕਣੇ ਪੈਂਦੇ ਹਨ। ਤਾਂ ਕਿਸਾਨਾਂ ਦੁਆਰਾ ਵਿਦਰੋਹ। ਅੰਗਰੇਜ਼ਾਂ ਨੇ ਭਾਰਤ ਦੇ ਜਿੱਤੇ ਹੋਏ ਪ੍ਰਦੇਸ਼ਾਂ ਵਿੱਚ ਵੱਖ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ, ਜਿਨ੍ਹਾਂ ਅਨੁਸਾਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ। ਇਸ ਕਰਕੇ ਉਹ ਸ਼ਾਹੂਕਾਰੀ ਦੇ ਕਰਜ਼ਈ ਹੋ ਗਏ ਸਨ। ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਰ ਸੇਲਜ਼ ਲਾ, ਇਹ ਕੁਐਸਚਨ ਬਹੁਤ ਵਾਰੀ ਆਏਗਾ ਕਿ ਕਿੱਥੇ ਚਲਾਇਆ ਸੀ ਅਤੇ ਕੀ ਸੀਗਾ ਇਹ। ਅੰਗਰੇਜ਼ਾਂ ਦੇ ਸਥਾਈ ਬੰਦੋਬਸਤ ਅਨੁਸਾਰ ਬੰਗਾਲ ਦੇ ਸਥਾਈ ਬੰਦੋਬਸਤ ਦੇ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤਾ। ਇਸ ਕਾਨੂੰਨ ਅਨੁਸਾਰ ਜਿਹੜਾ ਜ਼ਿਮੀਂਦਾਰ ਹਰੇਕ
ਸਾਲ 31 ਮਾਰਚ ਨੂੰ ਭੂਮੀ ਕਰ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਾਉਂਦਾ ਸੀ, ਉਸ ਦੀ ਭੂਮੀ ਕਿਸੇ ਹੋਰ ਜ਼ਮੀਨਦਾਰ ਨੂੰ ਵੇਚ ਦਿੱਤੀ ਜਾਂਦੀ ਸੀ। ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਾਉਂਦਾ ਸੀਗਾ, ਭਾਵ 31 ਮਾਰਚ ਤੱਕ ਉਹ ਜਮ੍ਹਾਂ ਨਾ ਕਰਾ ਸਕਿਆ ਤਾਂ ਉਸ ਦੀ ਭੂਮੀ ਦਾ ਜਿੰਨਾ ਉਹ ਜਮ੍ਹਾਂ ਨਹੀਂ ਕਰਾਉਂਦਾ ਸੀ ਤਾਂ ਉਹਨਾਂ ਉਸ ਦੀ ਭੂਮੀ ਦਾ ਟੁਕੜਾ ਵੇਚ ਕੇ ਉਹ ਜੋ ਰਕਮ ਸੀ ਪੂਰੀ ਕਰ ਲਈ ਜਾਂਦੀ ਸੀ। ਅਤੇ ਇਸ ਨਾਲ ਜ਼ਿਮੀਂਦਾਰਾਂ 'ਤੇ ਵੀ ਮਾੜਾ ਪ੍ਰਭਾਵ ਪਿਆ। ਇਹ ਕੁਐਸਚਨ ਬਹੁਤ ਵਾਰੀ ਆਇਆ ਕਿ ਜੋ ਵਿਕਰੀ ਕਾਨੂੰਨ ਹੈ ਇਹ ਕਿੱਥੇ ਚਲਾਇਆ ਸੀ? ਬੰਗਾਲ ਦਾ ਸਥਾਈ ਬੰਦੋਬਸਤ ਅਨੁਸਾਰ ਇਸ ਦੀ ਆਖਰੀ ਤਰੀਕ ਕੀ ਹੁੰਦੀ 31 ਮਾਰਚ। ਹੁਣ ਵੀ ਸਾਡੇ ਜੋ ਭਾਰਤ ਦਾ ਸਾਡਾ ਫਾਈਨੈਂਸ਼ੀਅਲ ਈਅਰ ਹੈ ਜਾਂ ਵਿੱਤੀ ਸਾਲ ਹੈ ਉਹ 31 ਮਾਰਚ ਨੂੰ ਖਤਮ ਹੁੰਦਾ ਹੈ। ਆਮ ਤੌਰ 'ਤੇ 31 ਮਾਰਚ ਤੱਕ ਹੀ ਕੰਮ ਚੱਲਦਾ ਹੈ, ਤਾਂ 31 ਮਾਰਚ ਦੀ ਇਹ ਤਰੀਕ ਨਿਸ਼ਚਿਤ ਕੀਤੀ ਹੋਈ ਸੀ। ਇਸ ਦੇ ਇਲਾਵਾ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਜ਼ਮੀਨਾਂ ਨੂੰ ਜ਼ਬਤ ਕਰ ਲਿਆ। ਉਹਨਾਂ ਨੇ ਕਰ ਮੁਕਤ ਜ਼ਮੀਨਾਂ 'ਤੇ ਜਿਹੜੀਆਂ ਕਿ ਬਾਦਸ਼ਾਹ ਵੱਲੋਂ ਰਾਜ ਦੇ ਜਾਗੀਰਦਾਰਾਂ ਨੂੰ ਇਨਾਮ ਵਜੋਂ ਦਿੱਤੀਆਂ ਗਈਆਂ ਸਨ, ਉਹਨਾਂ 'ਤੇ ਮੁੜ ਅਧਿਕਾਰ ਕਰ ਲਿਆ। ਲਗਾਨਦਾਰ ਵੀ ਪਹਿਲਾਂ ਨਾਲੋਂ ਵਧਾ ਦਿੱਤੀ ਗਈ, ਭਾਵ ਜੋ ਭੂਮੀ ਕਰ ਸੀ ਉਹ ਪਹਿਲਾਂ ਨਾਲੋਂ ਵਧਾ ਦਿੱਤਾ ਗਿਆ। ਸਰਕਾਰ ਲਗਾਨ ਇਕੱਠਾ ਕਰਕੇ ਕਾਰਾਂ ਸਮੇਂ ਬੜੀ ਸਖਤੀ ਕਰਦੀ ਸੀ, ਬੜਾ ਜ਼ੁਲਮ ਕਰਦੀ ਸੀ ਕਿਸਾਨਾਂ 'ਤੇ। ਇਹਨਾਂ ਕਾਰਨਾਂ ਕਰਕੇ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਸਿੱਟੇ ਵਜੋਂ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ। ਅੱਕੇ ਹੋਏ ਪਰ ਕਰਨ ਵੀ ਕੀ? ਕ੍ਰਿਸ਼ੀ ਵਪਾਰੀਕਰਨ ਹੋਣ ਕਰਕੇ ਕਿਸਾਨ ਕਣਕ, ਕਪਾਹ, ਤੇਲ ਦੇ ਬੀਜ, ਗੰਨਾ ਅਤੇ ਪਟਸਨ ਆਦਿ ਫਸਲਾਂ ਪੈਦਾ ਕਰਨ ਲੱਗੇ। ਭਾਰਤੀ ਕਿਸਾਨਾਂ ਤੋਂ ਬਹੁਤ ਘੱਟ ਕੀਮਤ 'ਤੇ ਇਹਨਾਂ ਫਸਲਾਂ ਨੂੰ ਅੰਗਰੇਜ਼ਾਂ ਵੱਲੋਂ ਖਰੀਦਿਆ ਜਾਂਦਾ ਸੀ ਤੇ ਇੰਗਲੈਂਡ ਵਿੱਚ ਤਿਆਰ ਕੀਤੇ ਮਾਲ ਨੂੰ ਭਾਰਤ ਵਿੱਚ ਮਹਿੰਗੀ ਕੀਮਤ 'ਤੇ ਵੇਚਿਆ ਜਾਂਦਾ ਸੀ। ਇਹਨਾਂ ਕਾਰਨਾਂ ਕਰਕੇ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਸਿੱਟੇ ਵਜੋਂ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ। 1849 ਈਸਵੀ ਵਿੱਚ ਪੰਜਾਬ ਦੇ ਵੱਖ-ਵੱਖ ਭਾਗਾਂ ਜਿਵੇਂ ਕਿ ਪਟਿਆਲਾ ਅਤੇ ਰਾਵਲਪਿੰਡੀ 1849 ਵਿੱਚ ਪੰਜਾਬ, ਪਟਿਆਲਾ ਅਤੇ ਰਾਵਲਪਿੰਡੀ ਆਦਿ ਵਿੱਚ ਕਿਸਾਨ ਵਿਦਰੋਹ ਹੋਏ। ਇਹਨਾਂ ਵਿੱਚ ਜੋ ਸਭ ਤੋਂ ਅਹਿਮ ਵਿਦਰੋਹ ਹੈ ਉਹ ਹੈ ਨੀਲ ਵਿਦਰੋਹ, ਇੰਡੀਗੋ ਨੀਲ ਵਿਦਰੋਹ। 1800 ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਵੀ ਨੀਲ ਉਤਪਾਦਨ 'ਤੇ ਵੱਧ ਲਗਾਨ ਲਗਾਉਣ ਵਿਰੁੱਧ ਵਿਦਰੋਹ ਕੀਤੇ। 1858 ਈਸਵੀ ਤੋਂ 1860 ਈਸਵੀ ਤੱਕ ਬੰਗਾਲ ਅਤੇ ਬਿਹਾਰ ਦੇ ਬਹੁਤ ਵੱਡੇ ਇਲਾਕੇ ਵਿੱਚ ਇਹ ਵਿਦਰੋਹ ਫੈਲ ਗਿਆ ਸੀ। ਨੀਲ ਦੇ ਬਗੀਚੇ ਲਾਉਣ ਵਾਲਿਆਂ ਨੇ ਸ਼ਕਤੀ ਦੁਆਰਾ ਅਤੇ ਸਰਕਾਰ ਨੇ ਵੀ ਨੀਲ ਬੀਜਣ ਤੋਂ ਨਾਂਹ ਕਰਨ ਵਾਲਿਆਂ ਕਿਸਾਨਾਂ ਨੂੰ ਧਮਕੀ ਦੇ ਕੇ ਇਸ ਅੰਦੋਲਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰੰਤੂ ਕਿਸਾਨ ਅੜੇ ਰਹੇ। ਜਦੋਂ ਉਹਨਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੇ ਅੰਗਰੇਜ਼ ਕਾਸ਼ਤਕਾਰਾਂ ਦੀਆਂ ਫੈਕਟਰੀਆਂ 'ਤੇ ਹਮਲਾ ਕਰ ਦਿੱਤਾ ਅਤੇ ਲੁੱਟਮਾਰ ਕੀਤੀ। ਸਰਕਾਰ ਦੁਆਰਾ ਕਿਸਾਨਾਂ ਨੂੰ ਰੋਕਣ ਦੇ ਸਾਰੇ ਯਤਨ ਅਸਫਲ ਹੋ ਗਏ। 1866 ਤੋਂ ਲੈ ਕੇ 68 ਈਸਵੀ ਵਿੱਚ ਨੀਲ ਦੀ ਖੇਤੀ ਵਿਰੁੱਧ ਚੰਪਾਰਨ ਬਿਹਾਰ ਵਿੱਚ ਵਿਦਰੋਹ ਹੋਇਆ। ਇਹ ਕੁਐਸਚਨ ਬਹੁਤ ਵਾਰੀ ਆਉਂਦਾ ਹੈ ਕਿ ਜੋ ਸਭ ਤੋਂ ਪਹਿਲਾਂ ਨੀਲ ਦੀ ਖੇਤੀ ਵਿਰੁੱਧ ਵਿਦਰੋਹ ਸ਼ੁਰੂ ਹੋਇਆ ਸੀ, ਮੰਨ ਲਓ ਬਿਹਾਰ ਦੇ ਕਿੱਥੇ ਹੋਇਆ ਸੀ? ਤਾਂ ਬਿਹਾਰ ਦੇ ਚੰਪਾਰਨ ਵਿਖੇ ਹੋਇਆ ਸੀ। ਤਾਂ ਕਦੋਂ ਹੋਇਆ ਸੀ? 1866 ਤੋਂ ਲੈ ਕੇ 1868 ਤੱਕ। ਨੀਲ ਸੰਕਟ ਉਦੋਂ ਤੱਕ ਜਾਰੀ ਰਿਹਾ ਜਦੋਂ 20ਵੀਂ ਸਦੀ ਦੇ ਆਰੰਭ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਨੀਲ ਕਿਸਾਨਾਂ ਦੇ ਪੱਖ ਵਿੱਚ ਸਮਰਥਨ ਦਿੱਤਾ। ਜੋ ਨੀਲ ਵਿਦਰੋਹ ਸੀ, ਨੀਲ ਜੋ ਖੇਤੀ ਸੀ, ਕਿਉਂਕਿ ਉਦੋਂ ਤੱਕ ਕੋਈ ਸਿੰਥੈਟਿਕ ਡਾਈ ਨਹੀਂ ਆਈ ਸੀ ਅਤੇ ਤਾਂ ਕਰਕੇ ਜਿਹੜੇ ਅੰਗਰੇਜ਼ ਦੇ ਸੂਤੀ ਕੱਪੜੇ ਦੇ ਉੱਥੇ ਉਦਯੋਗ ਸਨ, ਉਹਨਾਂ ਨੂੰ ਸੂਤ ਨੂੰ ਰੰਗਣ ਦੇ ਲਈ ਨੀਲ ਦੀ ਬਹੁਤ ਜ਼ਿਆਦਾ ਡਿਮਾਂਡ ਸੀ। ਇਸ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਇੰਗਲੈਂਡ ਦੇ ਅਧਿਕਾਰੀਆਂ ਨੇ, ਇੰਗਲੈਂਡ ਦੇ ਵਪਾਰੀਆਂ ਨੇ ਭਾਰਤ ਦੇ ਬਿਲਕੁਲ ਜਿੱਥੇ ਪੂਰੀ ਉਪਜਾਊ ਜ਼ਮੀਨ ਸੀ ਉੱਥੇ ਨੀਲ ਦੀ ਖੇਤੀ ਦੇ ਬਾਗ ਲਗਾਉਣੇ ਸ਼ੁਰੂ ਕੀਤੇ ਸਨ ਅਤੇ ਉਹਨਾਂ ਉੱਤੇ ਭਾਰਤੀਆਂ ਤੋਂ ਹੀ ਕੰਮ ਕਰਾਇਆ ਜਾਂਦਾ ਸੀ। ਸਭ ਤੋਂ ਜਿਹੜੀ ਅਹਿਮ ਗੱਲ ਸੀ, ਸਭ ਤੋਂ ਵੱਡੀ ਘਾਟ ਸੀ ਨੀਲ ਦੀ ਖੇਤੀ। ਨੀਲ ਦਾ ਬਾਗ ਜਿਹੜੇ ਖੇਤਰ ਵਿੱਚ ਇੱਕ ਵਾਰ ਲਾ ਦਿੱਤਾ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਹ ਜ਼ਮੀਨ ਕਈ ਸਾਲਾਂ ਤੱਕ ਉਸ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਸੀ, ਕਿਉਂਕਿ ਜੋ ਨੀਲ ਸੀ ਉਹ ਗਰਮ ਅਤੇ ਸਿੱਲੇ ਮੌਸਮ ਦੀ ਖੇਤੀ ਸੀ, ਜੋ ਕਿ ਜਿਸ ਦੇ ਲਈ ਭਾਰਤ ਦਾ ਜੋ ਬੰਗਾਲ ਬਿਹਾਰ ਦਾ ਏਰੀਆ ਸੀ ਉਹ ਇਸ ਦੇ ਲਈ ਬੜਾ ਹੀ ਅਹਿਮ ਸੀ।
ਤਾਂ ਕਰਕੇ ਫਿਰ 1858 ਤੋਂ 1860 1858 ਤੋਂ 1860 ਬੰਗਾਲ ਅਤੇ ਬਿਹਾਰ ਦੇ ਬਹੁਤ ਵੱਡੇ ਇਲਾਕੇ ਵਿੱਚ ਇਹ ਵਿਦਰੋਹ ਫੈਲ ਗਿਆ ਸੀ। ਬੰਗਾਲ ਦੇ ਵਿੱਚ ਬੰਗਾਲ ਬਿਹਾਰ ਨਾਲ ਹੋਣ ਕਰਕੇ ਇਸ ਦੇ ਵਿੱਚ ਵੀ ਵਿਦਰੋਹ ਹੋਇਆ। ਸਭ ਤੋਂ ਪਹਿਲਾਂ ਬੰਗਾਲ 1858 ਤੋਂ 1860 ਤੱਕ ਬੰਗਾਲ ਅਤੇ ਬਿਹਾਰ ਦੇ ਵਿੱਚ ਇਹ ਵਿਦਰੋਹ ਫੈਲਿਆ ਅਤੇ ਉਸ ਤੋਂ ਬਾਅਦ 1866 ਤੋਂ 1868 ਤੱਕ ਨੀਲ ਦੀ ਖੇਤੀ ਵਿਰੁੱਧ ਬਿਹਾਰ ਦੇ ਚੰਪਾਰਨ ਦੇ ਵਿੱਚ ਇਹ ਵਿਦਰੋਹ ਚੱਲਿਆ ਅਤੇ 20ਵੀਂ ਸਦੀ ਤੱਕ ਜਦੋਂ ਤੱਕ ਮੋਹਨਦਾਸ ਕਰਮਚੰਦ ਗਾਂਧੀ, ਜਿਸ ਨੂੰ ਅਸੀਂ ਮਹਾਤਮਾ ਗਾਂਧੀ ਕਹਿ ਦਿੰਦੇ ਹਾਂ, ਨੇ ਨੀਲ ਕਿਸਾਨਾਂ ਦੇ ਪੱਖ ਵਿੱਚ ਸਮਰਥਨ ਦਿੱਤਾ। ਕਿਸਾਨਾਂ ਦੁਆਰਾ ਵਿਦਰੋਹ ਕਿਉਂ ਕੀਤਾ ਗਿਆ? ਕਿਉਂਕਿ ਉਹਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ। ਕ੍ਰਿਸ਼ੀ ਵਪਾਰੀਕਰਨ ਹੋਣ ਕਰਕੇ ਕਿਸਾਨ ਕਿਹੜੀਆਂ ਫਸਲਾਂ ਬੀਜਣ ਲੱਗੇ? ਕਿਹੜੀਆਂ ਫਸਲਾਂ ਬੀਜੀ? ਤੇਲ ਦੇ ਬੀਜ, ਕਪਾਹ, ਕਣਕ, ਗੰਨਾ, ਪਟਸਨ। ਜਿੱਥੋਂ ਜ਼ਿਆਦਾ ਫਸਲ ਜ਼ਿਆਦਾ ਹੁੰਦੀ ਸੀ ਅਤੇ ਆਮਦਨ ਜ਼ਿਆਦਾ ਹੁੰਦੀ ਸੀ। ਪੰਜਾਬ ਵਿੱਚ ਕਿਸਾਨ ਵਿਦਰੋਹ ਕਦੋਂ ਅਤੇ ਕਿੰਨਾਂ ਥਾਵਾਂ 'ਤੇ ਹੋਇਆ? 1849 ਈਸਵੀ ਵਿੱਚ ਪਟਿਆਲਾ ਅਤੇ ਰਾਵਲਪਿੰਡੀ। ਸਰਕਾਰ ਲਗਾਨ ਇਕੱਠਾ ਕਰਨ ਸਮੇਂ ਬੜੀ ਸਖਤੀ ਕਰਦੀ ਸੀ। ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ 1849 ਈਸਵੀ ਵਿੱਚ ਵਿਦਰੋਹ ਸ਼ੁਰੂ ਹੋਇਆ। ਕਿਸਾਨਾਂ ਨੇ ਅੰਗਰੇਜ਼ਾਂ ਵਿਰੁੱਧ ਕੀ ਸ਼ੁਰੂ ਕਰ ਦਿੱਤਾ? ਵਿਦਰੋਹ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਕੀ ਸ਼ੁਰੂ ਕਰ ਦਿੱਤਾ? ਵਿਦਰੋਹ ਸ਼ੁਰੂ ਕਰ ਦਿੱਤਾ, ਰਿਵੋਲਟ। ਸਹੀ ਜਾਂ ਗਲਤ? ਕਿਸਾਨ ਸ਼ਾਹੂਕਾਰਾਂ ਦੇ ਕਰਜ਼ਈ ਹੋ ਜਾਂਦੇ ਸਨ। ਬਿਲਕੁਲ ਸਹੀ ਹੈ। ਕਿਸਾਨਾਂ ਨੂੰ ਬਹੁਤ ਸਾਰਾ ਲਗਾਨ ਨਹੀਂ ਦੇਣਾ ਪੈਂਦਾ ਸੀ। ਗਲਤ ਹੈ, ਦੇਣਾ ਪੈਂਦਾ ਸੀ। 1866 ਤੋਂ 1868 ਵਿੱਚ ਨੀਲ ਦੀ ਖੇਤੀ ਵਿਰੁੱਧ ਚੰਪਾਰਨ ਵਿੱਚ ਵਿਦਰੋਹ ਹੋਇਆ। ਜੋ ਚੰਪਾਰਨ ਹੈ ਉਹ ਬਿਹਾਰ ਸਟੇਟ ਦੇ ਵਿੱਚ ਹੈ। ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਇਹੀ ਸਲਾਈਡ ਸਾਡੀ ਇੰਗਲਿਸ਼ ਵਿੱਚ ਹੈ। ਲੈਸਨ 12 ਰੂਰਲ ਲਾਈਫ ਐਂਡ ਸੁਸਾਇਟੀ। ਰਿਵੋਲਟ ਬਾਏ ਦਾ ਫਾਰਮਰਸ, ਕਿਸਾਨਾਂ ਦੁਆਰਾ ਵਿਦਰੋਹ। The British implemented different land revenue policies in the conquered area। ਜਿੱਤੇ ਹੋਏ ਖੇਤਰਾਂ ਵਿੱਚ ਅੰਗਰੇਜ਼ਾਂ ਨੇ ਵੱਖ-ਵੱਖ ਨੀਤੀਆਂ ਲਾਗੂ ਕੀਤੀਆਂ। ਅਕੋਰਡਿੰਗ ਟੂ ਵਿਚ ਦਾ ਫਾਰਮਰਸ ਹੈਡ ਟੂ ਪੇ ਮੋਰ ਲੈਂਡ ਰੈਵਨਿਊ। ਜਿਸ ਕਰਕੇ ਕਿਸਾਨਾਂ ਨੂੰ ਜ਼ਿਆਦਾ ਭੂਮੀ ਕਰ ਲਗਾਨ ਦੇਣਾ ਪੈਂਦਾ ਸੀ। ਸੋ ਦੇ ਵਰ ਕ੍ਰੈਡੀਟਰ, ਉਹ ਕਰਜ਼ਈ ਹੋ ਗਏ। ਟੂ ਦਾ ਮਨੀ ਲੈਂਡਰ, ਸ਼ਾਹੂਕਾਰਾਂ ਦੇ ਉਹ ਕਰਜ਼ਈ ਹੋ ਗਏ। ਦਾ ਗੌਰਮੈਂਟ ਵਾਜ਼ ਕੁਆਇਟ ਸਟ੍ਰਿਕਟ ਵਾਈਲ ਕਲੈਕਟਿੰਗ ਲੈਂਡ ਰੈਵਨਿਊ। ਅਤੇ ਸਰਕਾਰ ਲਗਾਨ ਇਕੱਠਾ ਕਰਨ ਸਮੇਂ ਬੜੀ ਸਖਤੀ ਦੀ ਵਰਤੋਂ ਕਰਦੀ ਸੀ। ਦਾ ਫਾਰਮਰ ਸਟਾਰਟਡ ਗਰੋਇੰਗ ਵੀਟ, ਕਾਟਨ, ਆਇਲ ਸੀਡਸ, ਸ਼ੂਗਰ ਕੇਨ ਐਂਡ ਜੂਟ ਡਿਊ ਟੂ ਕਮਰਸ਼ੀਅਲਾਈਜੇਸ਼ਨ ਆਫ ਦਾ ਐਗਰੀਕਲਚਰ। ਅਤੇ ਕਿਸਾਨਾਂ ਨੇ ਕਣਕ, ਕਪਾਹ, ਤੇਲ ਦੇ ਬੀਜ ਬੀਜਣੇ ਸ਼ੁਰੂ ਕਰ ਦਿੱਤੇ ਵਪਾਰੀਕਰਨ ਕਰਕੇ। ਥੀਜ਼ ਕ੍ਰੌਪਸ ਵਰ ਬਰਾਊਟ ਐਟ ਲੈਸ ਪ੍ਰਾਈਜ਼ ਫਰੋਮ ਦਾ ਇੰਡੀਅਨ ਫਾਰਮਰਸ। ਅਤੇ ਇਹ ਫਸਲਾਂ ਭਾਰਤੀ ਕਿਸਾਨਾਂ ਤੋਂ ਸਸਤੇ ਮੁੱਲ 'ਤੇ ਖਰੀਦੀਆਂ ਜਾਂਦੀਆਂ ਸਨ। ਬਿਕੋਜ਼ ਆਫ ਦਿਸ ਦਾ ਕੰਡੀਸ਼ਨ ਆਫ ਫਾਰਮਰਸ ਗੋਟ। ਅਤੇ ਕਿਸਾਨਾਂ ਦੀ ਹਾਲਤ ਬੜੀ ਮਾੜੀ ਹੋ ਗਈ। ਐਜ਼ ਏ ਰਿਜ਼ਲਟ ਦੇ ਸਟਾਰਟਡ ਰਿਵੋਲਟ ਅਗੇਂਸਟ ਬ੍ਰਿਟਿਸ਼। ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤੇ। ਇਨ 1849 ਇਨ ਡਿਫਰੈਂਟ ਪਾਰਟਸ ਆਫ ਪੰਜਾਬ ਲਾਈਕ ਪਟਿਆਲਾ ਐਂਡ ਰਾਵਲਪਿੰਡੀ ਫਾਰਮਰਸ ਰਿਵੋਲਟਡ। 1849 ਵਿੱਚ ਪਟਿਆਲਾ ਅਤੇ ਰਾਵਲਪਿੰਡੀ ਵਿੱਚ ਕਿਸਾਨਾਂ ਨੇ ਵਿਦਰੋਹ ਕੀਤਾ। ਇਨ 1858 ਐਂਡ 1860 ਦਾ ਰਿਵੋਲਟ ਸਪਰੈਡ ਇਨ ਲਾਰਜਰ ਪਾਰਟ ਆਫ ਬੰਗਾਲ ਐਂਡ ਬਿਹਾਰ। 1858 ਤੋਂ 1860 ਤੱਕ ਇਹ ਬੰਗਾਲ ਦੇ ਬਿਹਾਰ ਦੇ ਵੱਡੇ ਖੇਤਰ ਵਿੱਚ ਫੈਲ ਗਿਆ। ਇਨ 1866 ਟੂ 68 ਰਿਵੋਲਟ ਇਨ ਚੰਪਾਰਨ ਅਕਡ ਅੰਗੇਂਸਟ ਦਾ ਇੰਡੀਗੋ। 1866 ਤੋਂ ਲੈ ਕੇ 1868 ਤੱਕ ਬਿਹਾਰ ਦੇ ਚੰਪਾਰਨ ਵਿੱਚ ਨੀਲ ਵਿਦਰੋਹ ਸ਼ੁਰੂ ਹੋਇਆ। ਪਹਿਲਾ ਕੁਐਸਚਨ, ਵਾਈ ਵਾਰ ਦਾ ਫਾਰਮਰਸ ਸਟਾਰਟਡ ਰਿਵੋਲਟ ਅਗੇਂਸਟ ਦਾ ਬ੍ਰਿਟਿਸ਼। ਅਸੀਂ ਹੁਣੇ ਪੜ੍ਹਿਆ ਬਈ ਉਹਨਾਂ ਦੀ ਹਾਲਤ ਬੜੀ ਮਾੜੀ ਹੋ ਗਈ ਸੀ। ਇਸੇ ਤਰ੍ਹਾਂ ਹੇਠਾਂ ਅੱਜ ਵਾਲੇ ਇਸ ਕੰਮ ਦੇ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੁਐਸਚਨ ਆਨਸਰ ਕੀਤੇ ਹੋਏ ਹਨ ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਅਤੇ ਇਹ ਮੇਰਾ ਨੰਬਰ ਹੈ 9872 76777। ਅਗਰ ਕਿਸੇ ਵੀ ਵਿਦਿਆਰਥੀ ਨੂੰ ਕੋਈ ਪੜ੍ਹਾਈ ਨੂੰ ਲੈ ਕੇ ਸਮੱਸਿਆ ਹੈ ਤਾਂ ਮੇਰੇ ਇਸ ਨੰਬਰ 'ਤੇ ਮੈਨੂੰ ਮੈਸੇਜ ਜਾਂ ਕਾਲ ਕਰ ਸਕਦੇ ਹਨ ਤਾਂ ਜੋ ਮੈਂ ਉਹਨਾਂ ਦੀ ਮਦਦ ਕਰ ਸਕਾਂ। ਇਹੀ ਮੇਰਾ ਉਦੇਸ਼ ਹੈ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਮੈਂ ਭਲਾ ਕਰ ਸਕਾਂ।
ਧੰਨਵਾਦ।